अस्सलाम वालेकुम। वालेकुम सलाम जी। सर की हाल है ਤੁਹਾਡਾ? अल्हम्दुलिल्लाह जी। ਕੀ ਨਾਂ ਹੈ ਤੁਹਾਡਾ? मेरा नाम जी गुलाम सर। ਗੁਲਾਮ ਸਰਵਿਸ। ਸਰ ਕਿਹੜੇ ਸ਼ੋਬੇ ਨਾਲ ਤਲਕ ਹੈ ਤੁਹਾਡਾ? मैं जी ਵੈਟਨਰੀਅਨ। ਕਿੰਨੇ ਅਰਸੇ ਕੰਮ ਕੀਤਾ ਜੇ? मैं जी 30 साल ਤੇ 1 ਮਹੀਨਾ ਨੌਕਰੀ ਕਰਕੇ ਰਿਟਾਇਰਮੈਂਟ ਲਈ। ਠੀਕ ਹੋ ਗਿਆ। ਤੇ ਇਹ ਕਿਹੜਾ ਇਲਾਕਾ ਜਿੱਥੇ ਬੈਠੇ ਆ ਅਸੀਂ? ਇਹ ਅਸੀਂ ਜੀ ਵਜ਼ੀਰਾਬਾਦ ਤੋਂ ਸਿਆਲਕੋਟ ਰੋਡ ਤੇ ਅਲਮਰੂਫ ਲਾਡੋ ਦੀ ਪੁਲੀ ਜੀ ਚੱਕ ਸਤੀਆ ਗਾਵਾਂ ਨਾਲ ਉੱਥੇ ਬੈਠੇ। ਠੀਕ ਹੋ ਗਿਆ। ਅੱਛਾ ਸਰ, ਕੁਝ ਅਹਮ ਮਸਾਇਲ ਨੇ ਸਾਡੇ ਫਾਰਮਰ ਹਜ਼ਰਾਤ ਦੇ ਔਰ ਉਹ ਠੰਡ ਦੇ ਮਸਾਇਲ ਨੇ। ਜੀ ਸਭ ਤੋਂ ਪਹਿਲੇ ਦੱਸੋ ਕਿ ਠੰਡ ਦੇ ਮਸਾਇਲ ਅਕਸਰ ਆਉਂਦੇ ਨੇ, ਉਹਦੀ ਵਜ੍ਹਾ ਕੀ ਹੈ? ਵਜੂਹਾਤ ਦੱਸੋ ਜਿਹੜੀਆਂ ਮੇਜਰ ਨੇ। ਠੰਡ ਦੀ ਸਭ ਤੋਂ ਪਹਿਲੀ ਵਜ੍ਹਾ ਜੀ ਜਗ੍ਹਾ ਦਾ ਗੰਦਾ ਹੋਣਾ। ਠੀਕ ਹੋ ਗਿਆ। ਉਸ ਜਗ੍ਹਾ ਤੇ ਜਰਾਸੀਮ ਹੋਣੇ। ਅਕਸਰ ਸਾਡੇ ਜ਼ਿਮੀਂਦਾਰ ਜਿਹੜੇ ਨੇ ਜੀ, ਜਿੱਥੇ ਖੋਤਾ ਘੋੜਾ ਬੱਧਿਆ ਹੋਵੇ ਉਹਦੀ ਇhtiyਾਤ ਨਹੀਂ ਕਰਦੇ। ਜਿੱਥੇ ਖੋਤਾ ਘੋੜਾ ਬੱਧਿਆ ਉੱਥੇ ਗਾਂ ਮੱਝ ਬੰਨ ਦਿੱਤੀ ਹੈ। ਖੋਤੇ ਘੋੜੇ ਦੀ ਲਿੱਦ ਔਰ ਪਿਸ਼ਾਬ ਦੇ ਜਰਾਸੀਮ ਜਿਹੜੇ ਨੇ ਉਹ ਥਣ ਨੂੰ ਸਮਝੋ ਖਤਮ ਕਰ ਦਿੰਦੇ, ਖਾ ਛੱਡ ਦੇਣ। ਖਾ ਛੱਡਦੇ। ਇਸ ਲਈ ਇhtiyਾਤ ਕਰਨੀ ਚਾਹੀਦੀ ਹੈ ਕਿ ਮੱਝ ਗਾਂ ਜਿਹੜੀ ਲਹਿਰੀ ਹੈ ਖਾਸ ਕਰ, ਉਹਨੂੰ ਸਾਫ਼ ਸੁਥਰੀ ਜਗ੍ਹਾ ਤੇ ਬੰਨੇ। ਕੋਸ਼ਿਸ਼ ਕਰੇ ਕਿ ਉਹ ਜਿਹੜਾ ਉਹਦਾ ਗੋਬਰ ਹੈ ਜਾਂ ਪਿਸ਼ਾਬ ਹੈ ਉਹਨੂੰ ਸਾਫ਼ ਕਰਦਾ ਰਹੇ। ਠੀਕ ਹੈ। ਮੇਜਰ ਜਿਹੜੀ ਥਣਾਂ ਦੀ ਬਿਮਾਰੀ ਉਹ ਗੰਦਗੀ ਦੀ ਵਜ੍ਹਾ। ਠੀਕ ਹੋ ਗਿਆ। ਤੇ ਸਰ ਕੋਈ ਐਸੀਆਂ ਦਵਾਈਆਂ ਦੱਸੋ ਔਰ ਅਲਾਮਤਾਂ ਵੀ ਦੱਸੋ। ਬਾਜ਼ ਔਕਾਤ ਲੋਕਾਂ ਨੂੰ ਨਹੀਂ ਪਤਾ ਲੱਗਦਾ ਔਰ ਸਾਡੇ ਫਾਰਮਰ ਹਜ਼ਰਾਤ ਅਕਸਰ ਵੇਖਣ ਚਾਹੁੰਦਾ ਹੈ ਕਿ ਉਹ ਥਣ ਖਰਾਬ ਕਰਕੇ ਤੇ ਬਾਅਦ ਵਿੱਚ ਉਹਦਾ ਇਲਾਜ ਜਿਹੜਾ ਵੇ ਤਾਂ ਤਲਾਸ਼ ਕਰਨ ਲੱਗ ਪੈਂਦੇ ਨੇ, ਉਹਦਾ ਇਲਾਜ ਕਰਵਾਉਣ ਲੱਗ ਪੈਂਦੇ, ਜੋ ਕਿ ਮੁਮਕਿਨ ਨਹੀਂ ਹੁੰਦਾ। ਫਿਰ ਥਣਾਂ ਦੀਆਂ ਜੀ ਮੁਖਤਲਿਫ ਬਿਮਾਰੀਆਂ ਨੇ। ਥਣ 'ਚ ਸਾੜੂ ਪੈ ਜਾਂਦਾ ਜੀ। ਸਾੜੂ ਦਾ ਇਲਾਜ ਦੱਸਿਓ। ਸਾੜੂ ਦਾ ਇਲਾਜ ਜਿਹੜਾ ਨੇ ਜੀ ਉਹ ਇਹ ਵੇ ਕਿ ਕੋਈ ਅੱਛਾ ਐਂਟੀਬਾਇਓਟਿਕ ਲਾ ਲਓ ਤੇ ਉਹਦੇ ਵਾਸਤੇ ਨਾ ਮੁਖਤਲਿਫ ਹੋਮਿਓਪੈਥਿਕ ਦਵਾਈਆਂ ਆ ਰਹੀਆਂ ਨੇ। ਕੋਈ ਨਾਂ ਦੱਸ ਦਿਓ ਅੱਛੀਆਂ 2-3 ਦਵਾਈਆਂ ਦੇ। ਦਵਾਈਆਂ ਜਿਹੜੀਆਂ ਜਿਹੜਾ ਜੀ ਐਂਟੀਬਾਇਓਟਿਕ ਜੀ ਉਹਦੇ ਵਾਸਤੇ ਆ ਰਿਹਾ ਟ੍ਰਾਈਬਰਸਨ ਟੀਕਾ ਬਹੁਤ ਅੱਛਾ। ਠੀਕ ਹੈ। ਤੇ ਉਸ ਤੋਂ ਬਾਅਦ ਜਨਾਬ ਸ਼ਰਬਤ ਆ ਰਹੇ ਨੇ ਹੋਮਿਓਪੈਥਿਕ ਦੇ। ਮਾਕਸੀਵੇਟ ਬਹੁਤ ਅੱਛਾ। ਫਾਰਮਾਕਸ ਆ ਰਿਹਾ ਸੀ ਸਾਡਾ, ਉਹਦੇ ਉਂਝ ਬੰਦ ਹੋ ਗਿਆ, ਨਹੀਂ ਆ ਰਿਹਾ। ਉਹ ਥਣਾ ਵਾਸਤੇ ਬਹੁਤ ਅੱਛਾ ਹੈ। ਸਹੀ ਠੀਕ ਹੈ। ਹੈ ਜੀ। ਇੱਕ ਦਵਾਈ ਆ ਰਹੀ ਹੈ ਵਿਕਟਰ ਪਲੱਸ ਦੇ ਨਾਮ। ਠੀਕ ਹੈ। ਵਿਕਟਰ ਪਲੱਸ ਜਿਹੜੀ ਉਹ ਥਣਾ ਵਾਸਤੇ ਬਹੁਤ ਅੱਛੀ ਹੈ, ਸਾੜੂ ਵਾਸਤੇ। ਠੀਕ ਹੈ ਜੀ। ਤੇ ਇਹਨਾਂ ਦਾ ਤਰੀਕਾ ਇਸਤੇਮਾਲ ਕੀਜੇ ਇਹਨਾਂ ਤਰੀਕਾ ਦਵਾਈਆਂ। ਇਸਤੇਮਾਲ ਇਹ ਹੈ ਜੀ ਕਿ ਜਿਹੜਾ ਨਾ ਸਾੜੂ ਵਾਸਤੇ ਵਿਕਟਰ ਪਲੱਸ ਜਿਹੜਾ ਉਹਦੀਆਂ ਇੱਕ ਸ਼ੀਸ਼ੀ ਦੀਆਂ 3 ਖੁਰਾਕਾਂ ਕਰ ਲਈਆਂ ਜਾਣ। ਜਿੰਨਾ ਸ਼ਰਬਤ ਹੋਏਗਾ ਉਹਨਾਂ ਕੋ ਪਾਣੀ ਇਸਤੇਮਾਲ ਕਰਕੇ ਨਾਲ ਮੱਝ ਨੂੰ ਅੰਦਰ ਦੇ ਦਿਓ। ਤੇ ਟੀਕਾ ਜਿਹੜਾ ਉਹ ਤੁਸੀਂ ਅੱਧਾ ਇੱਕ ਦਿਨ ਲਾ ਲਓ। ਠੀਕ ਹੋ ਗਿਆ। ਇਨਸ਼ਾਅੱਲਾ ਉਹ ਬਿਹਤਰੀ ਆ। ਤੇ ਇਹ ਕਿਹੜੇ ਟਾਈਮ ਦਵਾਈ ਦੇਣੀ? ਸਵੇਰ ਦੇ ਟਾਈਮ ਜਾਂ ਸ਼ਾਮ ਦੇ ਟਾਈਮ? ਦਵਾਈ ਜਿਹੜੀ ਜੀ ਜਾਨਵਰ ਨੂੰ ਖਾਲੀ ਪੇਟ ਨਹੀਂ ਦੇਣੀ ਚਾਹੀਦੀ। ਖਾਲੀ ਪੇਟ ਨਹੀਂ ਦੇਣੀ ਚਾਹੀਦੀ। ਉਹਦਾ ਕੀ ਨੁਕਸਾਨ ਹੈ? ਉਹਦਾ ਨੁਕਸਾਨ ਹੈ ਕਿ ਰਿਐਕਸ਼ਨ ਕਰ ਸਕਦੀ ਦਵਾਈ। ਠੀਕ ਹੋ ਗਿਆ। ਇਹ ਜਾਨਵਰ ਦਾ ਜਦੋਂ ਉਹਨੂੰ ਪੱਠੇ ਪਾ ਕੇ ਪਿੱਛੇ ਬੰਨਣਾ। ਥੋੜਾ ਬਹੁਤਾ ਖਵਾ ਕੇ। ਅੱਛਾ। ਹੋਮਿਓਪੈਥਿਕ ਦੀ ਦਵਾਈ ਖਾਸ ਕਰ ਲੋਕੀ ਨਾ ਖਾਲੀ ਪੇਟ ਇਸਤੇਮਾਲ ਕਰਦੇ ਨੇ, ਤੇ ਜਿਹੜੀ ਨੇ ਸਾਡੀ ਐਲੋਪੈਥਿਕ ਦੀ ਦਵਾਈ ਉਹ ਕੁਝ ਨਾ ਕੁਝ ਜਾਨਵਰ ਨੂੰ ਖਵਾ ਕੇ ਇਸਤੇਮਾਲ ਕਰਨੀ ਚਾਹੀਦੀ। ਠੀਕ ਹੋ ਗਿਆ। ਬਾਕੀ ਇਹਦੇ ਦੇਸੀ ਟੂਣੇ ਬੜੇ ਜਿਹੇ ਆ ਜਾਂਦੇ ਨੇ। ਉਹ ਵੀ ਦੱਸ ਦਿਓ। ਮਾਰਾ ਸਾੜੂ ਅਗਰ ਪੈ ਜਾਂਦਾ ਜੀ ਤੇ ਨਿੰਬੂਆਂ ਦਾ ਜੂਸ ਬਹੁਤ ਅੱਛਾ ਹੈ। ਠੀਕ ਹੈ। ਉਹ ਕਿਸ ਤਰ੍ਹਾਂ ਬਣਾ ਕੇ ਦਈਏ? ਨਿੰਬੂਆਂ ਦਾ ਜੂਸ, ਨਿੰਬੂ ਤੁਸੀਂ ਨਿਚੋੜ ਲਓ ਜਾਂ ਨਿੰਬੂ ਜਿਹੜੇ ਨੇ ਉਹ ਕੱਟ ਕੇ ਗ੍ਰਾਈਂਡ ਕਰ ਲਓ। ਉਹਦੇ ਵਿੱਚ ਥੋੜੀ ਜਿਹੀ ਚੀਨੀ ਪਾ ਲਓ, ਪਾ ਤੋਂ 1.5 ਪਾ। ਉਹ ਪਾ ਕੇ ਨਾ ਤੁਹਾਨੂੰ ਮਿਕਸ ਕਰਕੇ, ਅਗਰ ਨਾਲ 'ਚ ਪੈ ਜਾਏ ਤਾਂ ਠੀਕ ਹੈ, ਨਹੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਮਿਕਸ ਕਰਕੇ ਤੇ ਨਾਲ ਮੱਝ ਦੇ ਅੰਦਰ ਦੇ ਦੇ। ਠੀਕ ਹੈ। 1 ਤੋਂ 2 ਖੁਰਾਕ ਦੇਣ ਨਾਲ ਉਹ ਸਾੜੂ ਜਿਹੜਾ ਜਾਨਵਰ ਦਾ ਖਤਮ ਹੋ ਜਾਂਦਾ। ਸਹੀ ਹੋ ਗਿਆ। ਜ਼ਬਰਦਸਤ। ਇਹ ਸ਼ਰਤੀ ਇਲਾਜ ਹੈ ਜੀ ਤਕਰੀਬਨ। ਠੀਕ ਹੈ। ਅੱਛਾ ਸਰ, ਇਸ ਤੋਂ ਇਲਾਵਾ ਥਣ ਦੇ ਕੋਈ ਮੇਜਰ ਮਸਾਇਲ ਨੇ? ਥਣ ਜੀ ਹੋਰ ਦੂਸਰੀ ਬਿਮਾਰੀ ਇਹਦੀ ਅਸੀਂ ਅੰਗਰੇਜ਼ੀ ਉਹਨਾਂ ਨੇ ਮਸਟਾਈਟਸ। ਠੀਕ ਹੈ। ਆਮ ਲੋਕ ਜਿਹੜੇ ਨਾ ਜ਼ਿਮੀਂਦਾਰ ਕੋਈ ਚੰਦਰੀ ਆਖ ਲੈਂਦਾ, ਕੋਈ ਜ਼ਹਿਰਬਾਦ ਆਖ ਲੈਂਦਾ, ਉਹਦੇ ਜਾਨਵਰ ਨੂੰ ਸੋਜ਼ਸ਼ ਹੋ ਜਾਂਦੀ। ਠੀਕ ਹੈ। ਸੋਜ਼ਸ਼ ਹੋ ਜਾਂਦੀ, ਉਹਦੇ ਵਿੱਚ ਜਾਨਵਰ ਦੁੱਧ ਦੇਣਾ ਬੰਦ ਕਰ ਦਿੰਦਾ, ਮਤਲਬ ਥਣ 'ਚੋਂ ਦੁੱਧ ਨਹੀਂ ਆਉਂਦਾ। ਉਹਦੇ 'ਚੋਂ ਉਹ ਜਾਨਵਰ ਮਾਲਕ ਸ਼ਿਕਾਇਤ ਕਰਦਾ ਜੀ ਇਹਦੇ ਵਿੱਚ ਛਿਛੜੇ ਆ ਰਹੇ ਨੇ, ਖੱਟਾ ਜਿਹਾ ਪਾਣੀ ਆ ਰਿਹਾ। ਉਹ ਸਮੈਲ ਵੀ ਆ ਸਕਦੀ? ਸਮੈਲ ਵੀ ਆ ਸਕਦੀ ਹੈ ਔਰ ਉਹਦਾ ਕਲਰ ਵੀ ਬਦਲ ਸਕਦਾ? ਉਹਦਾ ਕਲਰ ਵੀ ਬਦਲ ਜਾਂਦਾ। ਔਰ ਖੂਨ ਵੀ ਆ ਸਕਦਾ। ਠੀਕ ਹੋ ਗਿਆ। ਹਾਂ, ਉਹ ਨਾ ਇਹਨੂੰ ਅਸੀਂ ਆਨੇ ਆ ਮਸਟਾਈਟਸ। ਬਿਲਕੁਲ ਸਹੀ। ਇਹ ਖਾਸ ਕਰ ਗੰਦੀ ਜਗ੍ਹਾ ਦੀ ਵਜ੍ਹਾ ਤੋਂ ਹੁੰਦੀ। ਠੀਕ ਹੈ ਜੀ। ਉਹਦੇ ਵਾਸਤੇ ਇਹ ਵੇ ਕਿ ਸਭ ਤੋਂ ਪਹਿਲੀ ਇhtiyਾਤ ਇਹ ਵੇ ਕਿ ਸਭ ਤੋਂ ਪਹਿਲੀ ਤੇ ਗੱਲ ਇਹ ਵੇ ਕਿ ਜਾਨਵਰ ਦਾ ਜਿਹੜਾ ਨਾ ਥਣ ਉਹ ਸਭ ਤੋਂ ਨਾਜ਼ੁਕ ਹਿੱਸਾ। ਬਿਲਕੁਲ ਇੰਜੀ ਹੈ। ਉਹ ਥੋੜਾ ਜਿਹਾ ਗੋਸ਼ਤ ਦਾ ਲੋਥੜਾ ਜਿਹੜਾ ਉਹ ਲਮਕ ਰਿਹਾ, ਉਹਨੂੰ ਅਗਰ ਮਾੜੀ ਜਿਹੀ ਖਰਾਸ਼ ਵੀ ਆ ਜਾਏ ਨਾ ਤਾਂ ਉਹਦਾ ਇਲਾਜ ਜਿਹੜਾ ਬਹੁਤ ਮੁਸ਼ਕਲ ਹੈ। ਠੀਕ ਹੈ ਜੀ। ਉਹਦੇ ਵਾਸਤੇ ਕਿ ਪਹਿਲੀ ਤੇ ਖਾਸ ਜਿਹੜੀ ਉਹਦੀ ਪਰਹੇਜ਼ ਹੈ ਕਿ ਉਹ ਜਾਨਵਰ ਦੀ ਜਗ੍ਹਾ ਬਦਲ ਦਿਓ। ਠੀਕ ਹੈ ਜੀ। ਜਿਹੜੇ ਜਾਨਵਰ ਮਸਟਾਈਟਸ ਆ ਗਈ ਹੈ ਉਸ ਜਗ੍ਹਾ ਤੋਂ ਖੋਲ ਕੇ ਦੂਸਰੀ ਜਗ੍ਹਾ 'ਤੇ ਬੰਨ੍ਹ ਦਿਓ। ਮਤਲਬ ਜਿੱਥੇ ਤੁਸੀਂ ਰਾਤ ਨੂੰ ਬਣਿਆ ਉੱਥੇ ਵੀ ਬੰਨਣਾ, ਜਿੱਥੇ ਦਿਨੇ ਬਣਿਆ ਉੱਥੇ ਵੀ ਨਹੀਂ ਬੰਨਣਾ। ਔਰ ਸਫਾਈ ਦਾ ਖਿਆਲ ਰੱਖਿਆ? ਸਫਾਈ ਦਾ ਖਾਸ ਖਿਆਲ। ਤੇ ਇਹ ਦੂਸਰੇ ਜਾਨਵਰਾਂ ਨੂੰ ਵੀ ਲੱਗ ਸਕਦੀ ਹੈ ਉਹਦੇ ਨਾਲ? ਨਹੀਂ, ਇਹ ਮੁਤੱਦੀ ਨਹੀਂ। ਵੈਸੇ ਇhtiyਾਤਨ ਉਹਨੂੰ ਸਾਈਡ ਤੇ ਕਰਨਾ। ਇhtiyਾਤਨ ਉਹਨੂੰ ਸਾਈਡ ਤੇ ਮਤਲਬ ਉਹਦੇ ਫਾਇਦੇ ਵਾਸਤੇ। ਦੂਸਰੇ ਜਾਨਵਰ ਨੂੰ ਕੋਈ ਸਾਈਡ ਇਫੈਕਟ ਨਹੀਂ ਉਹਦੇ ਫਾਇਦੇ ਵਾਸਤੇ, ਕਿਉਂਕਿ ਜਿੱਥੇ ਉਹ ਜਾਨਵਰ ਵੱਧਦਾ ਹੈ ਉੱਥੇ ਉਹ ਜਰਾਸੀਮ ਮੌਜੂਦ ਨੇ। ਉਹ ਅਗਰ ਤੁਸੀਂ ਉਹਦੀ ਜਗ੍ਹਾ ਬਦਲ ਦਿਓਗੇ ਤੇ ਉਹ ਨਾ ਜਰਾਸੀਮਾਂ ਤੋਂ ਮਹਿਫੂਜ਼ ਹੋ ਜਾਏਗਾ। ਦੂਸਰੇ ਜਿਹੜੇ ਨੇ ਜਰਾਸੀਮ ਉਹ ਥਣ ਦੇ ਵਿੱਚੋਂ ਖਤਮ ਕਰਨ ਵਾਸਤੇ। ਠੀਕ ਹੈ। ਕੋਈ ਅੱਛਾ ਐਂਟੀਬਾਇਓਟਿਕ, ਅੱਛਾ ਸਟੀਰਾਇਡ,
ਉਹ ਲਾਣ ਨਾਲ ਨਾ ਕਈ ਵਾਰੀ ਮਾਲਕ ਸ਼ਿਕਾਇਤ ਕਰਦਾ ਜੀ ਇਹ ਦੁੱਧ ਸੜ ਗਿਆ ਮੱਝ ਦਾ। ਜਿੰਨਾ ਚਿਰ ਦੁੱਧ ਜਵਾਨੇ ਚੋਂ ਸੜਨਾ ਨਹੀਂ ਉਹਨਾਂ ਚਿਰ ਜਰਾਸੀਮ ਨਹੀਂ ਖਤਮ। ਜ਼ਬਰਦਸਤ ਜ਼ਬਰਦਸਤ। ਉਹ ਜਵਾਨੇ ਚ ਦੁੱਧ ਸੜੇਗਾ, ਜਰਾਸੀਮ ਖਤਮ ਹੋਏਗਾ ਤੇ ਉਹ ਫਿਰ ਥਣ ਠੀਕ ਹੋਏ। ਠੀਕ ਹੈ। ਤੇ ਸਰ ਜਿਹੜਾ ਗਿਲਟੀ ਆਈ ਜਾਣਾ ਜਾਂ ਮੀਟ ਕੀ ਹੋਈ ਜਾਣਾ, ਇੱਕ ਉਹ ਫੁਹਾਰਾ ਵੱਜਣਾ ਜਾਂ ਫਿਰ ਇੱਕ ਉਹ ਨਾੜ ਆਈ ਜਾਣਾ, ਉਹਦਾ ਕੀ ਕਰੀਏ? ਥਣ ਦੀ ਧਾਰ ਦਾ ਬਰੀਕ ਹੋਣਾ ਜੀ, ਥਣ ਚ ਨਾੜ ਬਣ ਜਾਣਾ, ਠੀਕ ਹੈ। ਥਣ ਚ ਗਿਲਟੀ ਬਣ ਜਾਣਾ। ਠੀਕ। ਇਹਦੇ ਸਾਡੇ ਐਲੋਪੈਥਿਕ ਚ ਕੋਈ ਇਲਾਜ ਨਹੀਂ। ਔਰ ਮੈਂ ਪੂਰੀ ਸਰਵਿਸ 'ਚ ਵੇਖਿਆ ਕਿ ਨਾੜ ਗਿਲਟੀ ਕਿਸੇ ਥਾਂ ਦੀ ਠੀਕ ਨਹੀਂ ਹੋਈ। ਹਾਂ, ਹੋਮਿਓਪੈਥਿਕ ਵਾਲੇ ਦਾਵਾ ਕਰਦੇ ਨੇ ਕਿ ਮੇਰਾ ਫਲਾਣਾ ਕੈਪਸੂਲ ਦਿਓ, ਮੇਰਾ ਫਲਾਣਾ ਸ਼ਰਬਤ ਦਿਓ, ਤੇ ਨਾੜ ਤੇ ਗਿਲਟੀ ਥਾਂ 'ਚ ਗਲ ਕੇ ਬਾਹਰ ਨਿਕਲਦੀ। ਪਰ ਮੈਂ ਅੱਜ ਤੱਕ ਪੂਰੀ ਸਰਵਿਸ 'ਚ ਇਹ ਨਹੀਂ ਵੇਖਿਆ ਕਿ ਕਿਸੇ ਮੱਝ ਨੂੰ ਨਾੜ ਗਿਲਟੀ ਬਣੀ ਹੋਵੇ ਤੇ ਉਹ ਗਲ ਕੇ ਬਾਹਰ ਆ ਜਾਏ। ਔਰ ਅਗਰ ਇਨੀਸ਼ੀਅਲ ਸਟੇਜ ਤੇ ਹੋਮਿਓਪੈਥਿਕ ਨਾਲ ਨਹੀਂ ਆਈ। ਤੇ ਅਗਰ ਇਨੀਸ਼ੀਅਲ ਸਟੇਜ ਤੇ ਹੋਏ ਯਾਨੀ ਸ਼ੁਰੂ ਤੋਂ ਥੋੜਾ ਬਹੁਤ ਉਹਦੇ ਚ ਸ਼ੁਰੂ ਆ ਰਿਹਾ ਫਿਰ ਦੁੱਧ, ਤੁਸੀਂ ਕੋਈ ਚਾਂਸ ਲੈ ਸਕਦੇ ਹੋ। ਠੀਕ ਹੈ। ਮਤਲਬ ਸ਼ੁਰੂ 'ਚ ਅਗਰ ਤੁਹਾਡੇ ਮੱਝ ਨੂੰ ਮੂੰਹਸੜੀ ਦਾ ਮਤਲਬ ਹੈ ਵੀ ਇੱਕ ਧਾਰ ਦਾ ਬਰੀਕ ਹੋ ਜਾਣਾ, ਥਣ 'ਚੋਂ ਧਾਰ ਨਾ ਨਿਕਲੇ, ਉਹਨੂੰ ਅਸੀਂ ਕਹਿੰਦੇ ਮੂੰਹਸੜੀ ਹੁੰਦਾ। ਬੇਸਿਕਲੀ ਉਹ ਜਰਾ ਨਾੜ ਗਿਲਟੀ ਦਾ ਜਿਹੜਾ ਹੈ ਕਿ ਉਹ ਕਈ ਵਾਰੀ ਜਾਨਵਰ ਨੂੰ ਥਣ ਤੇ ਸੱਟ ਵੱਜਣ ਨਾਲ ਜਾਂ ਕਈ ਵਾਰੀ ਥਣ ਨੂੰ ਸੋਜ਼ਸ਼ ਹੋਣ ਨਾਲ ਨਾੜ ਗਿਲਟੀ ਬਣ ਜਾਂਦੀ ਹੈ। ਉਹਦਾ ਫਿਰ ਇਲਾਜ ਕੋਈ ਨਹੀਂ। ਸਰ ਅਕਸਰ ਕਹਿੰਦੇ ਨੇ ਕਿ ਥਣ ਵਿੱਚ ਚੂੰਕਿ 2 ਵਾਲ ਹੁੰਦੇ ਨੇ ਔਰ ਇੱਕ ਬੰਦੇ ਨੇ ਦੱਸਿਆ ਕਿ ਥਣ ਵਿੱਚ ਗਿਲਟੀ ਹੈ, ਉਹਦੀ ਧਾਰ ਕੱਢੀ ਹੈ ਤਾਂ ਗਿਲਟੀ ਉੱਤੇ ਟੁਰ ਜਾਂਦੀ ਹੈ, ਪਤਾ ਚੱਲਦਾ ਦੁੱਧ ਵੀ ਸਹੀ ਆ ਰਿਹਾ ਹੁੰਦਾ ਤੇ ਉਹ ਗਿਲਟੀ ਉੱਤੇ ਚਲੀ ਜਾਂਦੀ ਹੈ, ਫਿਰ ਥੱਲੇ ਆ ਜਾਂਦੀ ਹੈ। ਇਹ ਕੀ ਮਾਮਲਾ ਹੋ ਸਕਦਾ? ਅਸਲ ਉਹ ਗਿਲਟੀ ਨਹੀਂ ਜੀ, ਉਹ ਫਿਰ ਕੀ ਜਿਹੜੀ ਚੀਜ਼? ਥੱਲੇ ਜਾਂਦੀ ਹੈ ਜਾਂ ਉੱਤੀ ਆਉਂਦੀ ਹੈ ਉਹ ਗਿਲਟੀ ਉਹ ਗਿਲਟੀ ਨਹੀਂ। ਉਹ ਇਹ ਹੀ ਸਮਝ ਲਓ ਕਿ ਜਰਾਸੀਮ ਦੀ ਵਜ੍ਹਾ ਤੋਂ ਜਾਂ ਕਿਸੇ ਉਸ ਬਿਮਾਰੀ ਦੀ ਵਜ੍ਹਾ ਤੋਂ ਉਹ ਦੁੱਧ ਜੰਮ ਗਏ ਆ ਵਿੱਚ। ਠੀਕ ਹੋ ਗਿਆ। ਠੀਕ ਹੈ ਜੀ, ਉਹ ਗਿਲਟੀ ਉਹ ਨਹੀਂ, ਠੀਕ ਹੋ ਸਕਦਾ, ਉਹ ਗਿਲਟੀ ਨਹੀਂ। ਨਾਲੇ ਉਹ ਦੁੱਧ ਕਹਿੰਦੇ ਨੇ ਨਹੀਂ ਰੋਕਿਆ ਉਹਨੇ 2 ਦਿਨ ਰੋਕਿਆ, ਮਤਲਬ ਤਾਂ ਉਹ ਚੋਣਾ ਸ਼ੁਰੂ ਕੀਤਾ, ਉਹ ਤਾਂ ਟੁਰ ਗਈ, ਧਾਰ ਚਾਲੂ ਹੋ ਗਈ। ਇਸ ਲਈ ਉਹਨੇ ਸੁੰਭ ਦੇ ਅੱਗੇ ਆ ਜਾਣਾ ਤੇ ਫਿਰ ਉਹਨੇ ਜਨਾਬ ਥਣ ਬੰਦ ਕਰ ਲੈਣਾ। ਬਿਲਕੁਲ ਇੰਜੀ ਗੱਲ। ਤੇ ਜਿਹੜੀ ਗਲ ਵੱਡੀ ਹੋ ਜਾਂਦੀ ਹੈ, ਗਲ ਵੱਡੀ ਇੱਕ ਜ਼ਖਮ ਹੈ ਜੀ, ਉਹਦਾ ਕੀ ਇਲਾਜ ਕਰੀਏ? ਗਲ ਵੱਡੀ ਇੱਕ ਜ਼ਖਮ ਹੈ ਔਰ ਇਹ ਬਹੁਤ ਨਾਮਰਾਦ ਜ਼ਖਮ ਹੈ। ਇਹਨੂੰ ਅਸੀਂ ਕਹਿੰਦੇ ਆ ਜਰਾਸੀਮੀ ਜ਼ਖਮ। ਮਤਲਬ ਇਹਦੇ ਉੱਤੇ ਸਭ ਤੋਂ ਪਹਿਲੀ ਗੱਲ ਤੇ ਕਿ ਖਰੀਂਡ ਆ ਜਾਂਦਾ ਤੇ ਮਾਲਕ ਇਹ ਵਹਿੰਦਾ ਹੀ ਨਹੀਂ ਕਿ ਖਰੀਂਡ ਆ ਗਿਆ ਗਲ ਵੱਡੀ ਤੇ। ਉਹਨੂੰ ਇਹ ਨਹੀਂ ਪਤਾ ਕਿ ਗਲ ਵੱਡੀ ਦੇ ਵਿੱਚੋਂ ਉਹ ਜਿਹੜਾ ਉਹ ਜਰਾਸੀਮ ਹੈ ਉਹ ਗੋਸ਼ਤ ਨੂੰ ਖਾਈ ਜਾ ਰਿਹਾ ਔਰ ਅੰਦਰ ਚਲੀ ਜਾਂਦਾ, ਅੰਦਰ ਜਾਈ ਜਾ ਰਿਹਾ। ਗਲ ਵੱਡੀ ਦਾ ਮਤਲਬ ਇਹ ਹੈ ਕਿ ਉਹਨੇ ਗਲ ਵੱਢ ਕੇ ਥਣ ਦਾ ਥੱਲੇ ਸੁੱਟ ਛੱਡਣਾ, ਉਹਨੂੰ ਉਹਨੇ ਗਲ ਵੱਡੀ। ਠੀਕ ਹੈ ਜੀ। ਉਹਦਾ ਇਲਾਜ ਜਿਹੜਾ ਨਾ ਜੀ ਉਹ ਦੇਸੀ ਵੀ ਹੈ ਤੇ ਵਿਲਾਇਤੀ ਵੀ। ਠੀਕ। ਦੇਸੀ ਵੀ ਇਲਾਜ ਦੱਸਿਓ ਤੇ ਵਿਲਾਇਤੀ ਵੀ ਦੱਸਿਓ। ਉਹਦੇ ਵਿੱਚ ਇੱਕ ਦੇਸੀ ਦੇ ਜਿਹੜੀਆਂ ਜੀ ਮੁਖਤਲਿਫ ਟੂਪਾਂ 1-2 ਅੱਛਾ ਬੈਟਨੋਵੇਟ ਜਾਂ ਕੈਨਾਵੇਟ ਜਾਂ ਇਸ ਕਿਸਮ ਦੀਆਂ ਟੂਪਾਂ ਜਿਹੜੀਆਂ ਉਹ ਤੁਸੀਂ ਮਿਕਸ ਕਰਕੇ ਬਸ਼ਰਤ ਸਭ ਤੋਂ ਪਹਿਲੀ ਸ਼ਰਤ ਹੈ ਕਿ ਉਹਦਾ ਜ਼ਖਮ ਸਾਫ਼ ਹੋਣਾ ਚਾਹੀਦਾ। ਤੁਸੀਂ ਉਸ ਖਰੀਂਡ ਦੇ ਉੱਤੇ ਲਾਓਗੇ ਤਾਂ ਕੋਈ ਫਾਇਦਾ ਨਹੀਂ ਹੋਣਾ। ਉਹ ਖਰੀਂਡ ਇੰਨਾ ਕੁ ਸਖਤ ਹੈ ਕਿ ਕਈ ਵਾਰੀ ਤੁਸੀਂ ਪਲਾਸ ਨਾਲ ਉਹਨੂੰ ਖਿੱਚੋ ਤਾਂ ਖਿੱਚਿਆ ਨਹੀਂ ਜਾਂਦਾ। ਉਹ ਤੁਹਾਨੂੰ ਬਲੇਡ ਨਾਲ ਵੱਢਣਾ ਪਵੇ, ਉਹ ਤੁਹਾਨੂੰ ਉਸਰੇ ਨਾਲ ਵੱਢਣਾ ਪਵੇ, ਉਹ ਤੁਹਾਨੂੰ ਪਲਾਸ ਨਾਲ ਖਿੱਚ ਕੇ ਲਾਣਾ ਪਵੇ, ਉਹਨੂੰ ਲਾਓਗੇ ਤਾਂ ਫਿਰ ਜ਼ਖਮ ਆਏ। ਇਹਨੂੰ ਕੋਈ ਸਵੀਅਰ ਇਨਫੈਕਸ਼ਨ ਹੈ, ਸਵੀਅਰ ਇਨਫੈਕਸ਼ਨ। ਠੀਕ ਹੈ ਜੀ। ਉਹਨੂੰ ਖਰੀਂਡ ਨੂੰ ਲਾ ਲਓ, ਉੱਤੇ ਜ਼ਖਮ ਨੂੰ ਅੱਛੀ ਤਰ੍ਹਾਂ ਸਾਫ਼ ਕਰ ਲਓ ਤੇ ਉਹਦੇ ਉੱਤੇ ਕੋਈ ਟੂਪ ਸ਼ੂਪ ਜਿਹੜੀ ਵੀ ਐਂਟੀਸੈਪਟਿਕ ਹੈ ਜਾਂ ਜੋ ਵੀ ਉਹ ਲਾ ਕੇ ਉਹਦਾ ਇਲਾਜ ਕੀਤਾ ਜਾ ਸਕਦਾ। ਠੀਕ ਹੈ। ਔਰ ਦੂਸਰਾ ਤੁਸੀਂ ਦੱਸਿਆ ਉਹ ਜੋ ਟੂਪ, ਦੂਸਰਾ ਦੇਸੀ ਜਿਹੜਾ ਨਾ ਜੀ ਉਹ ਮੁਖਤਲਿਫ ਇਲਾਜ। ਦੇਸੀ ਕੋ ਦੱਸ ਦਿਓ। ਦੇਸੀ ਇਹ ਵੇ ਕਿ ਤੁਸੀਂ ਨੀਲਾ ਥੋਥਾ ਅੱਕ ਦੇ ਇਹ ਕੌੜਾ ਅੱਕ ਜਿਹੜਾ ਹੁੰਦਾ ਨਾ ਜੀ, ਇਹਦੇ ਪੱਤੇ ਸੁਕਾ ਕੇ ਉਹਨਾਂ ਨੂੰ ਪੀ ਕੇ ਉਹਦਾ ਪਾਊਡਰ ਬਣਾ ਕੇ ਥੋੜਾ ਜਿਹਾ ਨੀਲਾ ਥੋਥਾ, ਥੋੜੇ ਜਿਹੇ ਅੱਕ ਦੇ ਪੱਤੇ, ਥੋੜੀ ਜਿਹੀ ਵੈਸਲੀਨ ਮਿਕਸ ਕਰਕੇ ਮਲਮ ਬਣਾ ਲਓ, ਉਹਨੂੰ ਜ਼ਖਮ ਨੂੰ ਸਾਫ਼ ਕਰਕੇ ਲਾਓ, 2-4 ਦਿਨ ਲਾਓ, ਇਨਸ਼ਾਅੱਲਾ ਠੀਕ। ਸਰ ਇੱਕ ਬਿਮਾਰੀ ਇੱਕ ਬੰਦੇ ਨੇ ਸਾਨੂੰ ਦੱਸੀ ਕਿ ਵਿਲ ਬਿਮਾਰੀ ਨੂੰ ਕਹਿੰਦੇ ਨੇ। ਵਿਲ ਤੋਂ ਮਤਲਬ ਕਿ ਉਹਦੇ ਹਾਂਜੀ ਵਿਲ ਨਹੀਂ, ਵੇਲ ਹੁੰਦੀ ਹੈ। ਵਿਲ ਹੁੰਦੀ ਹੈ, ਵੇਲੇ ਹੁੰਦੀ ਹੈ। ਉਹ ਕੀ ਬਿਮਾਰੀ ਹੈ? ਵੇਲ ਹੁੰਦੀ ਹੈ ਉਹ ਇੱਕ ਨਾ ਕੀੜਾ ਹੁੰਦਾ ਜ਼ਹਿਰੀਲਾ। ਅੱਛਾ। ਇਹ ਜਿਹੜਾ ਅਸੀਂ ਚਾਰਾ ਬੀਜਨੇ ਆ ਨਾ ਜਾਨਵਰਾਂ ਵਾਸਤੇ, ਇਹਦੇ ਮੁੰਡਾ 'ਚ ਰਹਿੰਦਾ ਕੀੜਾ। ਠੀਕ। ਥੱਲੇ ਜ਼ਮੀਨ ਤੋਂ ਚੜ੍ਹਦਾ, ਉਹ ਥੋੜਾ ਜਿਹਾ ਉੱਤੇ ਜਾ ਕੇ ਨਾ ਕੋਈ 5-6 ਇੰਚ ਉਹ ਫਿਰ ਜ਼ਹਿਰ ਆਪਣਾ ਬਾਹਰ ਕੱਢਦਾ। ਜਿਸ ਤਰ੍ਹਾਂ ਥੁੱਕ ਨਹੀਂ ਹੁੰਦੀ ਬੰਦੇ ਦੀ, ਜੀ ਇਸ ਤਰ੍ਹਾਂ ਉਹ ਕੱਢਿਆ ਹੁੰਦਾ ਉਹਨੂੰ। ਉਹ ਮਹਿਸੂਸ ਹੁੰਦਾ ਵੜਦੇ ਆ ਜਾਨਵਰ, ਲੋਕ ਪੱਠੇ ਵੜਦੇ ਨੇ ਨਾ ਜ਼ਿਮੀਂਦਾਰ ਤੋਂ ਮਹਿਸੂਸ ਹੁੰਦਾ ਗਿਆ ਵੇਲੇ ਉਹਨੂੰ। ਅਗਰ ਉਹ ਥੁੱਕ ਨੂੰ ਫੁੱਲਿਆ ਜਾਏ ਤਾਂ ਉਹਦੇ ਕੀੜਾ ਹੁੰਦਾ ਛੋਟਾ ਜਿਹਾ, ਉਹ ਬਹੁਤ ਜ਼ਹਿਰੀਲਾ ਹੁੰਦਾ। ਅੱਛਾ। ਉਹ ਜਾਨਵਰ ਜੇ ਖਾ ਦੇ ਨਾ ਤਾਂ ਫਿਰ ਬਹੁਤ ਤਕਲੀਫ ਦਿੰਦਾ ਜਾਨਵਰ। ਉਹ ਇਸ ਤਰ੍ਹਾਂ ਹੀ ਸਮਝ ਲਓ ਕਿ ਜ਼ਹਿਰ ਹੈ ਤੇ ਜਾਨਵਰ ਜ਼ਹਿਰ ਖਾ ਗਿਆ। ਜ਼ਹਿਰ ਖਾ ਗਿਆ ਉਹਨੂੰ। ਕੋਈ ਜ਼ਹਿਰ ਵਾਸਤੇ ਮਸਲਨ ਸਾਡੇ ਕੋਲ ਐਟ੍ਰੋਪਿਨ ਸਲਫੇਟ ਆ ਰਿਹਾ, ਠੀਕ ਹੈ, ਉਹ ਲਾ ਲਓ ਤੇ ਜਾਂ ਕੋਈ ਤਾਕਤ ਵਾਲੀ ਸ਼ਾਇਦ ਦੇ ਲਓ, ਅੱਲਾ ਬਿਹਤਰ ਕਰ। ਬਸ ਕੋਈ ਚੀਜ਼ ਦਿੰਦੇ ਆ, ਅਥਰੂ ਹੋ ਜਾਂਦਾ ਜਾਨਵਰ, ਅਥਰੂ ਤਰ੍ਹਾਂ ਦਾ ਉਹਦਾ ਕਰੀਏ। ਅਥਰੂ ਜਿਹੜਾ ਨਾ ਜੀ ਬੜੀ ਭੈੜੀ ਬਿਮਾਰੀ ਜਾਨਵਰ ਦੀ, ਖਾਸ ਕਰ ਤੇਲ ਦਾ ਤੇ ਘਿਓ ਦਾ। ਪਾਣੀ ਦਾ ਜਾਂ ਹੋਰ ਕਿਸੇ ਕਾੜੇ ਛੜੇ ਦਾ ਅਥਰੂ ਲੱਗ ਜਾਏ ਤਾਂ ਐਡੀ ਟੈਨਸ਼ਨ ਨਹੀਂ ਹੁੰਦੀ। ਅਥਰੂ ਜਿਹੜਾ ਨਾ ਜੀ ਘਿਓ ਦਾ, ਉਹ ਤੇ ਸਿੱਧਾ ਜਾ ਕੇ ਘਿਓ ਫੇਫੜਿਆਂ ਜੰਮ ਜਾਂਦਾ। ਜ਼ਬਰਦਸਤ। ਉਹਦੇ ਵਿੱਚ ਇਹ ਵੇ ਕਿ ਫਿਰ ਜਾਨਵਰ ਖਾਂਸਦਾ, ਸਾਂਸ ਮੂੰਹ ਖੋਲ ਕੇ ਲੈਂਦਾ, ਕਈ ਵਾਰੀ ਜ਼ਬਾਨ ਕੱਢ ਛੱਡਦਾ ਜਾਂਦਾ, ਉਹਦਾ ਸਾਹ ਨਿਕਲਦਾ ਨਹੀਂ ਵਿਚਾਰੇ ਦਾ, ਉਹ ਜ਼ਬਾਨ ਬਾਹਰ ਕੱਢ ਦਿੰਦਾ, ਖਾਂਸਦਾ ਰਹਿੰਦਾ, ਮੂੰਹ ਖੋਲ ਕੇ ਰੱਖਦਾ। ਫਿਰ ਉਹ ਕਈ ਵਾਰੀ ਜਿਹੜਾ ਰੇਸ਼ਾ ਉਹ ਨਾਸਾਂ ਦੇ ਰਾਹ ਬਾਹਰ ਆਉਣਾ ਵਾਪਸ ਹੋ ਜਾਂਦਾ।
ਉਹਦੇ ਵਾਸਤੇ ਉਹਦਾ ਇਲਾਜ ਜਿਹੜਾ ਬਿਹਤਰੀਨ ਜੋ ਅੱਛਾ ਜਿਹਾ ਐਂਟੀਬਾਇਓਟਿਕ, ਜੀ ਠੀਕ ਹੈ ਜੀ, ਤੇ ਨਾਲ ਇੱਕ ਪਾਊਡਰ ਸਲਾਈਨ ਇਲੈਕਟਰੀ, ਠੀਕ ਹੈ। ਉਹ ਜਾਨਵਰ ਨੂੰ 2 ਟਾਈਮ ਦਿਓ, ਹੂੰ, ਤੇ ਨਾਲ ਉਹ ਸਾਂਸ ਦੀਆਂ ਬਿਮਾਰੀਆਂ ਵਾਸਤੇ ਟੀਕਾ ਬਹੁਤ ਅੱਛਾ ਆ ਰਿਹਾ ਸੀਫਰ ਦੇ ਨਾਲ, ਠੀਕ ਹੈ। ਉਹ ਸਵੇਰ ਸ਼ਾਮ ਲਾਓ, 2-3 ਦਿਨ ਲਾਓ, ਇਨਸ਼ਾਅੱਲਾ ਦਾ ਕਰਮ ਕਰ। ਤੇ ਅੱਖਾਂ ਖਰਾਬ ਹੋਣਾ, ਬਾਜ਼ ਕਦ ਅੱਖਾਂ 'ਚੋਂ ਪਾਣੀ ਨਿਕਲਦਾ ਹੈ, ਗਿੱਦ ਬਹੁਤ ਜ਼ਿਆਦਾ ਆਉਂਦੀ ਹੈ ਜਾਨਵਰ ਨੂੰ, ਉਹ ਕੀ ਵਜ੍ਹਾ ਹੋ ਸਕਦੀ ਵੇਖੋ ਜੀ, ਮੇਰਾ ਇਹ ਤਜਰਬਾ ਹੈ, ਅੱਖਾਂ 'ਚੋਂ ਪਾਣੀ ਜਿਹੜਾ ਆਉਣਾ ਨਾ ਉਹ ਅੱਖਾਂ ਦਾ ਨੁਕਸ ਨਹੀਂ, ਅੱਛਾ, ਉਹ ਮਿਹਦੇ ਦਾ ਨੁਕਸ, ਠੀਕ ਹੈ। ਮਤਲਬ ਜਾਨਵਰ ਦਾ ਮਿਹਦਾ ਹੀਟ ਅਪ ਹੋ ਗਿਆ ਕਿਸੇ ਵਜ੍ਹਾ ਤੋਂ, ਹੂੰ, ਉਹ ਮਿਹਦੇ ਦੀ ਹੀਟ ਦਿਮਾਗ ਨੂੰ ਚੜ੍ਹਨੀ ਹੈ ਹੂੰ, ਤੇ ਜਾਨਵਰ ਦੀਆਂ ਅੱਖਾਂ 'ਚ ਪਾਣੀ ਵਗਣਾ। ਠੀਕ ਹੈ। ਹਾਂ, ਉਹਦੇ ਵਾਸਤੇ ਵੇ ਕਿ ਬਿਹਤਰੀਨ ਕੋਈ ਠੰਡੀ ਸ਼ੈ, ਹੂੰ, ਮਤਲਬ ਦੇਸੀ ਨੁਸਖਾ ਕਿ ਸਰੋਂ ਦਾ ਤੇਲ ਦੇ ਲਓ, ਅੰਦਰ ਵੀ ਦਿਓ ਤੇ ਨਾਲ ਸਰੋਂ ਦਾ ਤੇਲ ਲੈ ਕੇ ਉਹਦੀਆਂ ਪੁੱਟਣੀਆਂ ਚੱਸ ਦਿਓ। ਠੀਕ ਹੋ ਗਿਆ। ਅਗਰ ਤੁਸੀਂ ਰਾਤ ਨੂੰ ਝੱਸਦੇ ਹੋ ਸਵੇਰ ਨੂੰ ਗਿੱਟਣੀਆਂ ਕੀੜੇ ਮਾਰ ਦਵਾਈ ਉਹਦੇ ਚ ਇਫੈਕਟਿਵ ਹੋ ਸਕਦੀ ਹੋ ਸਕਦਾ, ਕਿੱਦਾਂ? ਮਤਲਬ ਕੀੜੇ ਹੋਣ ਦੀ ਵਜ੍ਹਾ ਤੋਂ ਮਿਹਦਾ ਹੀਟ ਅਪ ਹੋ ਸਕਦਾ, ਹੂੰ, ਕੀੜੇ ਹੋਣ ਦੀ ਵਜ੍ਹਾ ਤੋਂ ਮਿਹਦਾ ਹੀਟ ਅਪ ਹੋ ਸਕਦਾ। ਸਰ ਬਾਜ਼ ਕਦ ਦੁਮ ਕੱਟੀ ਜਾਂਦੀ ਏ, ਉਹ ਕੀੜੀ ਲੱਗ ਜਾਂਦੀ ਦੁਮ ਨੂੰ, ਉਹਦਾ ਕੀ ਕਰੀਏ? ਦੁਮ ਦਾ ਜੀ ਇਲਾਜ ਇਹ ਹੀ ਹੈ ਕਿ ਕੀੜੀ ਤੁਸੀਂ ਥੱਲੇ ਅਗਰ ਹੁਣ ਤੁਸੀਂ ਦਵਾਈ ਲਾਓਗੇ ਨਾ ਹੂੰ, ਤੇ ਕੀੜੀ ਨਹੀਂ ਹੁੰਦੀ ਬੇਸ਼ੱਕ ਲਓ, ਅਸਾਂ ਕੀੜੀ ਦਾ ਨਾਂ ਉਹਨੂੰ ਦੇ ਦਿੱਤਾ ਬਲੋ ਐਤ ਜ਼ਖਮ ਹੀ ਹੋ। ਐਸ ਖਾਨ, ਹੂੰ, ਉਹ ਵੀ ਜਿਸ ਤਰ੍ਹਾਂ ਥਾਣਾ ਦੀ ਤੁਹਾਨੂੰ ਗੱਲ ਵੱਡੀ ਦੱਸੀ ਹੈ ਨਾ, ਜੀ ਜੀ ਇਸ ਤਰ੍ਹਾਂ ਜਰਾਸੀਮੀ ਦਾ ਉਹਦੀ ਜੜ ਬਣ ਜਾਂਦੀ। ਉਹਦੀ ਜੜ ਬਣੇ। ਤੁਸੀਂ ਅਗਰ ਥੱਲੇ ਉਹਨੂੰ ਕੋਈ ਦਵਾਈ ਲਿਆਓਗੇ ਤਾਂ ਜਰਾਸੀਮ ਜਿਹੜਾ ਥੋੜਾ ਜਿਹਾ ਟੁਰ ਕੇ ਉੱਤੇ ਹੋ ਜਾਏ। ਇਸ ਲਈ ਅਸੀਂ ਦੁਮ ਦਾ ਇਲਾਜ ਇਹੀ ਕਰਨੇ ਆ ਕਿ ਜਿੰਨੀ ਦੁਮ ਖਰਾਬ ਹੈ ਉਹਨੂੰ ਕੱਟ ਕੇ ਤੇ ਕਿਸੇ ਚੀਜ਼ ਨਾਲ ਉਹਨੂੰ ਦਾਗ ਦਿੱਤਾ ਜਾਏ, ਮਤਲਬ ਤਲ ਦਿੱਤਾ ਜਾਏ। ਹੂੰ, ਜ਼ਿਮੀਂਦਾਰ ਜਿਹੜੇ ਨਾ ਉਹ ਸਰੋਂ ਦਾ ਤੇਲ ਪਾ ਕੇ ਵੀ ਤਲ ਲੈਂਦੇ ਨੇ, ਬਾਜ਼ ਕਦ ਦਾਤਰੀ ਵੀ ਗਰਮ ਕਰਕੇ ਬਾਅਦ ਕਰ ਦਾਤਰੀ, ਵੈਸੇ ਦਾਤਰੀ ਨਾਲ ਤਲਣਾ ਜਿਹੜਾ ਨਾ ਉਹ ਮੁਨਾਸਬ ਨਹੀਂ, ਅੱਛਾ, ਦਾਤਰੀ ਨਾਲ ਤਲਣਾ ਮੁਨਾਸਬ, ਕਿਉਂਕਿ ਦਾਤਰੀ ਅਗਰ ਤੁਸੀਂ ਗਰਮ ਹੋ ਜਾਏ ਉੱਥੋਂ ਲਿਆਓਗੇ ਤੇ ਉਹਦੇ ਨਾਲ ਠੰਡੀ ਹੋ ਜਾਏਗੀ। ਅੱਛਾ, ਉਹਦੇ ਵਾਸਤੇ ਵੀ ਕਿ ਡੇਰਿਆਂ ਤੇ ਟਰੈਕਟਰ ਦੀ ਹਾਲਤ ਦੇ ਫਾਲੇ ਹੂੰ, ਉਹ ਆਗੇ ਜੇ 2 ਰੱਖ ਲਓ, ਸੰਨੀ ਨਾ ਜਾ ਗਰਮ ਹੋ ਜਾਏ, ਸੰਨੀ ਨਾ ਜਾ ਪਲਾਸ ਨਾਲ ਫੜ ਕੇ ਉਹਦੇ ਨਾਲ ਤਲ ਦੇ। ਠੀਕ ਹੋ। ਜਿਹੜਾ ਪੁਸ਼ਲ ਤਲਕਤ ਹੈ, ਅਗਰ ਉਹ ਭਿਜਾ ਨਹੀਂ, ਹੂੰ, ਭਿਜ ਕੇ ਦੁਬਾਰਾ ਖਰਾਬ ਹੋ ਸਕਦਾ ਹੈ। ਅਗਰ ਉਹ ਭਿਜਾ ਨਹੀਂ, ਉਹ 2-4 ਦਿਨ ਇhtiyat ਕਰ ਲਓ, ਪੁਸ਼ਲ ਠੀਕ ਹੋ ਗਿਆ, ਠੀਕ ਹੋ ਗਿਆ। ਸਰ ਬੇਸ਼ੁਮਾਰ ਹੋਰ ਵੀ ਗੱਲਾਂ ਨੇ, ਫਿਰ ਕਿਤੇ ਤੁਹਾਡੇ ਨਾਲ ਮੁਲਾਕਾਤ ਹੋਏਗੀ ਇਨਸ਼ਾਅੱਲਾ, ਪੁੱਛਾਂਗੇ। ਤੇ ਆਪਣਾ ਕੋਈ ਫੋਨ ਨੰਬਰ ਦੱਸ ਦਿਓ, ਅਗਰ ਕੋਈ ਭਰਾ ਤੁਹਾਨੂੰ ਮਸ਼ਵਰਾ ਕਰਨਾ ਚਾਹੇ, ਕੋਈ ਗੱਲ ਪੁੱਛਣਾ ਮੇਰਾ ਚਾਹੇ। ਫੋਨ ਨੰਬਰ ਹੈ, ਮੋਬਾਈਲ ਨੰਬਰ 0300 ਪੂਰਾ ਜੀ, 6247 157। ਬਹੁਤ ਸ਼ੁਕਰੀਆ ਸਰ, ਬੜੀ ਹੀ ਮੁਫੀਦ ਗੁਫ਼ਤਗੂ ਕੀਤੀ ਤੁਸੀਂ, ਜਜ਼ਾਕੱਲਾ, ਅਸਲਾਮ ਵਾਲੇਕੁਮ।